ਸਤਿ ਸ਼੍ਰੀ ਅਕਾਲ। ਤੁਸੀਂ PNCN ਦੇਖ ਰਹੇ ਹੋ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਸਭ ਤੋਂ ਪਹਿਲਾਂ ਦੱਸਾਂਗੇ ਕਿ ਕੈਨੇਡਾ ਦੇ ਵੱਡੇ 에ਅਰਪੋਰਟਸ ਦੇ ਉੱਤੇ ਕਿਉਂ ਯਾਤਰੀ ਕਰ ਰਹੇ ਨੇ ਪਰੇਸ਼ਾਨੀ ਦਾ ਸਾਹਮਣਾ ਤੇ ਕੈਨੇਡਾ ਸਰਕਾਰ ਨੇ ਕੀ ਕੀਤਾ ਵਾਅਦਾ। ਦੇਸ਼ ਭਰ 'ਚ ਗੈਸ ਦੀਆਂ ਕੀਮਤਾਂ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜੇ। ਦੱਸਾਂਗੇ ਪੈਟਰੋਲ ਤੇ ਡੀਜ਼ਲ ਹੋਰ ਮਹਿੰਗਾ ਹੋਣ ਦੇ ਬਾਰੇ ਕੀ ਜਾਣਕਾਰੀ। ਕੈਲਗਰੀ ਵਿੱਚ ਮੈਕਡੋਨਲਡ ਅੰਦਰ ਪਹੁੰਚਿਆ ਇੱਕ ਪੀੜਤ ਜਿਸ ਤੇ ਚਾਕੂ ਨਾਲ ਹਮਲਾ ਹੋਇਆ। ਓਨਟਾਰੀਓ ਵਿੱਚ ਸੜਕ ਹਾਦਸੇ 100 ਤੋਂ ਵੱਧ ਮੌਤਾਂ। ਟੋਰਾਂਟੋ ਵਿੱਚ ਇੱਕ ਸਟਾਰ ਖਿਡਾਰੀ ਤੋਂ ਰੇਂਜ ਰੋਵਰ ਖੋਹ ਕੇ ਲੁਟੇਰੇ ਫਰਾਰ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੀ ਪਲਾਸਟਿਕ ਦੇ ਬੈਨ ਸੰਬੰਧੀ ਕੀ ਬਿਆਨ ਜਾਰੀ ਕੀਤਾ ਹੈ, ਦੱਸਾਂਗੇ। ਕੈਨੇਡਾ ਵਿੱਚ 3 ਦਿਨ ਦੇ ਦੌਰੇ ਲਈ ਪਹੁੰਚੇ ਪ੍ਰਿੰਸ ਚਾਰਲਸ। ਇਸ ਦੇ ਨਾਲ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਜਿਵੇਂ ਕਿ ਟਰਾਂਸਪੋਰਟ ਮੰਤਰੀ ਉਮਰ ਅਲਗਾਬਰਾ ਨੇ ਬਿਆਨ ਦਿੱਤਾ ਹੈ, ਫੈਡਰਲ ਸਰਕਾਰ ਦੇ ਵੱਲੋਂ ਅਜਿਹਾ ਕੋਈ ਵੀ ਬਿਆਨ ਜਾਂ ਹੁਕਮ ਨਹੀਂ ਦਿੱਤਾ ਗਿਆ ਕਿ ਏਅਰਲਾਈਨਸ ਨੂੰ ਆਪਣੀਆਂ ਫਲਾਈਟਾਂ ਕਈ ਰੱਦ ਕਰ ਦੇਣੀਆਂ ਚਾਹੀਦੀਆਂ ਨੇ। ਇਸ ਸੰਬੰਧੀ ਉਹਨਾਂ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਤੇ ਆਖਿਰ ਕੈਨੇਡਾ ਭਰ ਵਿੱਚ ਏਅਰਪੋਰਟਸ ਦੇ ਉੱਤੇ ਯਾਤਰੀਆਂ ਨੂੰ ਕਿਸ ਤਰ੍ਹਾਂ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲੰਮਾ ਚਿਰ ਜੋ ਉਡੀਕ ਉਹਨਾਂ ਨੂੰ ਕਰਨੀ ਪੈ ਰਹੀ ਹੈ ਤੇ ਕੀ ਨੇ ਹਾਲਾਤ, ਉਸ ਦੇ ਬਾਰੇ ਦੱਸਦੇ ਹਾਂ। ਕੈਨੇਡਾ ਦੇ ਏਅਰਪੋਰਟਸ ਦੇ ਉੱਤੇ ਇਸ ਸਮੇਂ ਜੋ ਹਾਲਾਤ ਬਣੇ ਹੋਏ ਨੇ, ਯਾਤਰੀਆਂ ਨੂੰ ਲੰਮਾ ਚਿਰ ਉਡੀਕ ਕਰਨੀ ਪੈ ਰਹੀ ਹੈ, ਜਿਸ ਕਰਕੇ ਫਲਾਈਟਾਂ ਦੇ ਉਡਾਨ ਭਰਨ ਦੇ ਵਿੱਚ ਵੀ ਦੇਰੀ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਨੇ, ਜਿਸ ਕਰਕੇ ਯਾਤਰੀ ਤਾਂ ਪਰੇਸ਼ਾਨ ਹੈ ਹੀ, ਸਗੋਂ ਨਾਲ ਹੀ ਕਈ ਅਧਿਕਾਰੀ ਵੀ ਪਰੇਸ਼ਾਨ ਨੇ ਕਿਉਂਕਿ ਉਹਨਾਂ ਦੇ ਉੱਤੇ ਕਾਫੀ ਦਬਾਅ ਬਣ ਰਿਹਾ ਹੈ। ਤੇ ਇਸੇ ਨੂੰ ਲੈ ਕੇ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਨੇ ਇੱਕ ਤਾਜ਼ਾ ਬਿਆਨ ਜਾਰੀ ਕੀਤਾ ਹੈ, ਜਿਸ ਦੇ ਵਿੱਚ ਉਹਨਾਂ ਨੇ ਉਹਨਾਂ ਦਾਅਵਿਆਂ ਨੂੰ ਖਾਰਜ ਕੀਤਾ ਹੈ, ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਫੈਡਰਲ ਸਰਕਾਰ ਵੱਲੋਂ ਏਅਰਲਾਈਨਸ ਨੂੰ ਕਿਹਾ ਗਿਆ ਹੈ ਕਿ ਏਅਰਪੋਰਟਸ ਦੇ ਉੱਤੇ ਜੋ ਇਸ ਸਮੇਂ ਹਾਲਾਤ ਬਣੇ ਹੋਏ ਨੇ ਉਸ ਦੇ ਵਿੱਚ ਸੁਧਾਰ ਕਰਨ ਦੇ ਲਈ ਕਈ ਫਲਾਈਟਾਂ ਨੂੰ ਰੱਦ ਕਰ ਦਿੱਤਾ ਜਾਵੇ, ਜਿਸ ਦੇ ਬਾਰੇ ਟਰਾਂਸਪੋਰਟ ਮੰਤਰੀ ਉਮਰ ਅਲਗਾਬਰਾ ਦੇ ਦਫ਼ਤਰ ਤੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ ਕਿ ਫੈਡਰਲ ਸਰਕਾਰ ਨੇ ਏਅਰਲਾਈਨਸ ਨੂੰ ਅਜਿਹਾ ਨਹੀਂ ਕਿਹਾ। ਇੱਥੇ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਕਿਸੇ ਵੀ ਸੂਬੇ ਵਿੱਚ ਕੋਈ ਏਅਰਪੋਰਟ ਹੋਵੇ, ਸਾਰੇ ਏਅਰਪੋਰਟ ਫੈਡਰਲ ਸਰਕਾਰ ਦੇ ਅਧੀਨ ਆਉਂਦੇ ਨੇ, ਜਿਸ ਨੂੰ ਲੈ ਕੇ ਫੈਡਰਲ ਸਰਕਾਰ ਦੇ ਉੱਤੇ ਵੀ ਇਸ ਸਮੇਂ ਕਾਫੀ ਜ਼ਿਆਦਾ ਦਬਾਅ ਬਣਿਆ ਹੋਇਆ ਹੈ ਕਿ ਏਅਰਪੋਰਟਸ ਦੇ ਉੱਤੇ ਹਾਲਾਤ ਦੇ ਸੁਧਾਰ ਵਾਸਤੇ ਅਜਿਹੇ ਕਦਮ ਚੁੱਕੇ ਜਾਣ ਜਿਸ ਦੇ ਨਾਲ ਯਾਤਰੀਆਂ ਦੀ ਪਰੇਸ਼ਾਨੀ ਘੱਟ ਹੋਵੇ। ਤੇ ਇਸੇ ਨੂੰ ਲੈ ਕੇ ਏਅਰ ਕੈਨੇਡਾ ਦੇ ਸਾਬਕਾ ਚੀਫ ਆਪਰੇਟਿੰਗ ਆਫੀਸਰ ਡਨਕਨ ਡੀ ਨੇ ਕਿਹਾ ਕਿ ਏਅਰਲਾਈਨਸ ਨੂੰ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਫਲਾਈਟਾਂ ਰੱਦ ਕਰ ਦਿੱਤੀਆਂ ਜਾਣ ਤਾਂ ਕਿ ਏਅਰਪੋਰਟਸ ਦੇ ਉੱਤੇ ਜੋ ਇਸ ਸਮੇਂ ਹਾਲਾਤ ਬਣੇ ਹੋਏ ਨੇ ਉਸ ਦੇ ਉੱਤੇ ਕਾਬੂ ਕੀਤਾ ਜਾ ਸਕੇ। ਪਰ ਦੂਜੇ ਪਾਸੇ ਕੈਨੇਡਾ ਸਰਕਾਰ ਦੇ ਵੱਲੋਂ ਟਰਾਂਸਪੋਰਟ ਮੰਤਰੀ ਦਾ ਦਾਅਵਾ ਹੈ ਕਿ ਫੈਡਰਲ ਸਰਕਾਰ ਨੇ ਏਅਰਲਾਈਨਸ ਨੂੰ ਅਜਿਹਾ ਨਹੀਂ ਕਿਹਾ। ਇੱਥੇ ਜ਼ਿਕਰਯੋਗ ਹੈ ਕਿ ਵੱਖੋ-ਵੱਖਰੀਆਂ ਏਅਰਲਾਈਨਸ ਦੇ ਵੱਲੋਂ ਵੀ ਇਸ ਸਮੇਂ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਕਿ ਜੋ ਕਈ ਘੰਟੇ ਤੱਕ ਯਾਤਰੀਆਂ ਨੂੰ ਏਅਰਪੋਰਟਸ ਦੇ ਉੱਤੇ ਉਡੀਕ ਕਰਨੀ ਪੈ ਰਹੀ ਹੈ ਸਕਰੀਨਿੰਗ ਦੇ ਵਾਸਤੇ, ਜੋ ਚੈੱਕ ਪੁਆਇੰਟ ਨੇ, ਇਸ ਦੇ ਨਾਲ ਹੀ ਏਅਰਪੋਰਟ ਦੀ ਸਿਕਿਉਰਿਟੀ ਦੇ ਵਾਸਤੇ ਖਾਸ ਤੌਰ ਦੇ ਉੱਤੇ ਕਾਫੀ ਲੰਮੀਆਂ ਕਤਾਰਾਂ ਲਗਾਤਾਰ ਲੱਗੀਆਂ ਰਹਿੰਦੀਆਂ ਨੇ, ਜਿਸ ਦੇ ਨਾਲ ਫਲਾਈਟਾਂ ਦੇ ਵਿੱਚ ਵੀ ਦੇਰੀ ਹੋ ਰਹੀ ਹੈ ਤੇ ਏਅਰਲਾਈਨਸ ਪਰੇਸ਼ਾਨੀ ਦਾ ਸਾਹਮਣਾ ਕਰ ਰਹੀਆਂ ਨੇ। ਇੱਥੇ ਜ਼ਿਕਰਯੋਗ ਹੈ ਕਿ ਕੋਵਿਡ-19 ਤੋਂ ਬਾਅਦ ਜਿਵੇਂ ਹੀ ਟਰੈਵਲ ਇੱਕਦਮ ਕਾਫੀ ਜ਼ਿਆਦਾ ਵਧਿਆ, ਜਿਸ ਕਰਕੇ ਇੱਕਦਮ ਏਅਰਪੋਰਟਸ ਦੇ ਉੱਤੇ ਕੰਮ ਦਾ ਦਬਾਅ ਵੱਧ ਗਿਆ। ਤਾਂ ਉਧਰ ਗੈਸ ਦੇ ਰੇਟ ਦੇਸ਼ ਭਰ ਦੇ ਵਿੱਚ ਸਿਖਰਾਂ ਤੇ ਪਹੁੰਚੇ ਹੋਏ ਨੇ। ਕੈਨੇਡਾ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਕਿ ਔਸਤਨ ਕੀਮਤ ਗੈਸ ਦੀ $2 ਤੋਂ ਪਾਰ ਹੋਈ ਹੋਵੇ। ਕੈਨੇਡਾ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਕਿ ਗੈਸ ਦੀ ਔਸਤਨ ਕੀਮਤ $2 ਤੋਂ ਵੀ ਪਾਰ ਹੋ ਚੁੱਕੀ ਹੈ, ਜਿਸ ਦੇ ਬਾਰੇ ਨੈਚੁਰਲ ਰਿਸੋਰਸਿਸ ਕੈਨੇਡਾ ਨੇ ਬਿਆਨ ਵੀ ਜਾਰੀ ਕੀਤਾ ਹੈ, ਜਿਨ੍ਹਾਂ ਨੇ ਦੱਸਿਆ ਕਿ ਦੇਸ਼ ਭਰ ਦੇ ਵਿੱਚ ਇਸ ਸਮੇਂ ਗੈਸ ਦੀਆਂ ਕੀਮਤਾਂ ਜਿਵੇਂ ਕਿ ਸਿਖਰਾਂ ਤੇ ਨੇ, ਅੱਗੇ ਇਸ ਦੇ ਵਿੱਚ ਹੋਰ ਜ਼ਿਆਦਾ ਵਾਧਾ ਵੀ ਹੋ ਸਕਦਾ ਹੈ, ਜਿਸ ਦੇ ਲਈ ਜੋ ਸੋਮਵਾਰ ਦੇ ਅੰਕੜੇ ਸਾਹਮਣੇ ਆਏ ਉਸ ਮੁਤਾਬਕ ਵੈਨਕੂਵਰ ਵਿੱਚ $2.34 ਪ੍ਰਤੀ ਲੀਟਰ ਦੇ ਹਿਸਾਬ ਨਾਲ ਗੈਸ ਦੀ ਕੀਮਤ ਪਹੁੰਚ ਗਈ। ਟੋਰਾਂਟੋ ਵਿੱਚ ਔਸਤਨ ਕੀਮਤ ਸੋਮਵਾਰ ਨੂੰ $2.09 ਪ੍ਰਤੀ ਲੀਟਰ ਦੇ ਹਿਸਾਬ ਨਾਲ ਦੇਖੀ ਗਈ ਤੇ ਐਡਮੰਟਨ ਵਿੱਚ ਇਹ ਔਸਤਨ ਕੀਮਤ $1.69 ਪ੍ਰਤੀ ਲੀਟਰ ਦੇ ਹਿਸਾਬ ਨਾਲ ਸੀ, ਜੋ ਕਿ ਇਹ ਲਗਾਤਾਰ ਵਾਧਾ ਹੁੰਦਾ ਹੀ ਜਾ ਰਿਹਾ ਹੈ। ਅਪ੍ਰੈਲ ਮਹੀਨੇ ਤੋਂ ਹੁਣ ਤੱਕ 30 ਸੈਂਟ ਤੱਕ ਦਾ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਹੋ ਚੁੱਕਿਆ ਹੈ। ਫਰਵਰੀ ਮਹੀਨੇ ਵਿੱਚ ਇੱਕਦਮ ਉਛਾਲ ਆਇਆ ਸੀ ਸਾਲ 2022 ਵਿੱਚ, ਜਦੋਂ ਅਮਰੀਕੀ $100 ਪ੍ਰਤੀ ਬੈਰਲ ਦੇ ਹਿਸਾਬ ਨਾਲ ਗੈਸ ਦੀ ਕੀਮਤ ਪਾਈ ਗਈ, ਕਿਉਂਕਿ ਜੋ ਰਸ਼ੀਆ ਤੇ ਯੂਕਰੇਨ ਦੇ ਦਰਮਿਆਨ ਜੰਗ ਛਿੜੀ ਹੋਈ ਹੈ ਉਸ ਨੂੰ ਇਸ ਦਾ ਕਾਰਨ ਦੱਸਿਆ ਗਿਆ। ਤੇ ਹੁਣ ਪਿਛਲੇ ਹਫ਼ਤੇ ਪ੍ਰਤੀ ਬੈਰਲ ਦੇ ਹਿਸਾਬ ਨਾਲ ਅਮਰੀਕੀ $110 ਤੱਕ ਇਹ ਕੀਮਤ ਪਹੁੰਚ ਚੁੱਕੀ ਹੈ। ਜਿਵੇਂ ਕਿ ਪਹਿਲਾਂ ਦੱਸਿਆ ਕਿ ਇਹ ਲਗਾਤਾਰ ਵਾਧਾ ਹੁੰਦਾ ਹੀ ਜਾ ਰਿਹਾ ਹੈ। ਇਸ ਨਾਲ ਹੀ ਓਨਟਾਰੀਓ ਵਿੱਚ ਇਸ ਸਾਲ ਦੇ ਅੰਦਰ ਹੁਣ ਤੱਕ 100 ਤੋਂ ਵੱਧ
ਮੌਤਾਂ ਹੋ ਚੁੱਕੀਆਂ ਨੇ ਸੜਕ ਹਾਦਸਿਆਂ ਦੇ ਕਰਕੇ। ਇਹ ਅੰਕੜੇ ਜਿੱਥੇ ਇੱਕ ਪਾਸੇ ਅਧਿਕਾਰੀਆਂ ਨੇ ਸਾਂਝੇ ਕੀਤੇ ਨੇ ਤਾਂ ਨਾਲ ਹੀ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਗਿਆ ਹੈ। ਓਨਟਾਰੀਓ ਵਿੱਚ ਸੜਕ ਹਾਦਸਿਆਂ ਦੇ ਕਰਕੇ ਜਾਨ ਜਾਣ ਦੇ ਮਾਮਲੇ ਕਾਫੀ ਜ਼ਿਆਦਾ ਗਿਣਤੀ ਵਿੱਚ ਸਾਹਮਣੇ ਆ ਰਹੇ ਨੇ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ 10 ਸਾਲ ਦੇ ਵਿੱਚ ਅਜਿਹਾ ਨਹੀਂ ਸੀ ਹੋਇਆ ਕਿ ਇੰਨੀ ਵੱਡੀ ਗਿਣਤੀ ਵਿੱਚ ਵਿਅਕਤੀਆਂ ਦੀ ਮੌਤ ਹੋ ਰਹੀ ਹੈ ਸੜਕ ਹਾਦਸਿਆਂ ਦੇ ਕਰਕੇ, ਜੋ ਇਸ ਸਾਲ ਹੁਣ ਤੱਕ 100 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ ਸੜਕ ਹਾਦਸਿਆਂ ਦੇ ਕਰਕੇ, ਜਿਸ ਦੇ ਪਿੱਛੇ ਮੁੱਖ ਕਾਰਨ ਲਾਪਰਵਾਹੀ ਨਾਲ ਗੱਡੀ ਚਲਾਉਣਾ ਮੰਨਿਆ ਗਿਆ ਹੈ। ਇਸ ਦੇ ਨਾਲ ਹੀ ਹੋਰ ਵੀ ਕਈ ਕਾਰਨ ਨੇ, ਜਿਵੇਂ ਕਿ ਜੇਕਰ ਕੋਈ ਸੜਕ ਹਾਦਸਾ ਵਾਪਰਦਾ ਹੈ ਉਸ ਦੇ ਵਿੱਚ ਜੇਕਰ ਕਿਸੇ ਨੇ ਸੀਟ ਬੈਲਟ ਨਹੀਂ ਪਾਈ ਹੋਈ ਉਸ ਕਰਕੇ ਵੀ ਉਹਨਾਂ ਦੀ ਜਾਨ ਗਈ ਹੈ, ਜਾਂ ਫਿਰ ਮੌਸਮ ਦੀ ਖਰਾਬੀ ਕਰਕੇ ਸੜਕਾਂ ਦੇ ਹਾਲਾਤ ਕੁਝ ਅਜਿਹੇ ਬਣੇ ਕਿ ਸੜਕ ਹਾਦਸੇ ਵਾਪਰੇ, ਜਿਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਜੋ ਕਾਰਨ ਦੱਸਿਆ ਗਿਆ ਹੈ ਉਹ ਇਹੋ ਹੈ ਕਿ ਲਾਪਰਵਾਹੀ ਦੇ ਨਾਲ ਗੱਡੀ ਚਲਾਉਣਾ। ਇਸ ਦੇ ਨਾਲ ਹੀ ਨਸ਼ਾ ਕਰਕੇ ਗੱਡੀ ਚਲਾਉਣ ਵਾਲਿਆਂ ਦੀ ਗਿਣਤੀ ਵੀ ਹੈ ਜਿਸ ਦੇ ਕਰਕੇ ਸੜਕ ਹਾਦਸੇ ਵਾਪਰੇ। ਜਿਸ ਸੰਬੰਧੀ ਦੱਸਿਆ ਗਿਆ ਹੈ ਸ਼ਰਾਬ ਦਾ ਸੇਵਨ ਕਰਕੇ ਜਾਂ ਫਿਰ ਹੋਰ ਨਸ਼ਾ ਕਰਕੇ ਗੱਡੀ ਚਲਾਉਣ ਦੇ ਕਰਕੇ ਜੋ ਸੜਕ ਹਾਦਸੇ ਵਾਪਰੇ ਉਸ ਦੇ ਕਾਰਨ 15 ਵਿਅਕਤੀਆਂ ਦੀ ਹੁਣ ਤੱਕ ਇਸ ਸਾਲ ਦੇ ਵਿੱਚ ਮੌਤ ਹੋ ਚੁੱਕੀ ਹੈ, ਜੋ ਕਿ ਪਿਛਲੇ ਸਾਲ ਨਾਲੋਂ ਕਾਫੀ ਜ਼ਿਆਦਾ ਵੱਧ ਅੰਕੜੇ ਨੇ। ਇਸ ਦੇ ਨਾਲ ਹੀ ਰਫ਼ਤਾਰ ਦੀ ਸੀਮਾ ਦੀ ਉਲੰਘਣਾ ਕਰਕੇ ਕਾਫੀ ਜ਼ਿਆਦਾ ਤੇਜ਼ ਰਫ਼ਤਾਰ ਵਿੱਚ ਗੱਡੀ ਚਲਾਉਣ ਦੇ ਕਰਕੇ ਵੀ 27 ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਸੜਕ ਹਾਦਸਿਆਂ 'ਚ ਮੌਤਾਂ ਹੋਈਆਂ ਨੇ ਤੇ 15 ਮੌਤਾਂ ਅਜਿਹੀਆਂ ਹੋਈਆਂ ਨੇ ਜਿਸ ਦੇ ਵਿੱਚ ਸੀਟ ਬੈਲਟ ਨਹੀਂ ਸੀ ਪਾਈ ਹੋਈ ਤੇ ਇਸ ਨਾਲ ਸੰਬੰਧਿਤ ਸਨ। ਜੋ ਇਹ ਅੰਕੜੇ ਸਾਂਝੇ ਕੀਤੇ ਗਏ ਨੇ, ਇਸ ਸੰਬੰਧੀ ਅੱਗੇ ਹੁਣ ਕੰਮ ਵੀ ਕੀਤਾ ਜਾਵੇਗਾ। ਜੋ ਅਧਿਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਿਲਕੁਲ ਵੀ ਲਾਪਰਵਾਹੀ ਦੇ ਨਾਲ ਗੱਡੀ ਨਾ ਚਲਾਈ ਜਾਵੇ, ਕਿਉਂਕਿ ਕਿਸੇ ਦੇ ਵੱਲੋਂ ਵਰਤੀ ਗਈ ਲਾਪਰਵਾਹੀ ਦੂਜੇ ਵਿਅਕਤੀਆਂ ਨੂੰ ਵੀ ਜੋ ਸੜਕ ਦੀ ਵਰਤੋਂ ਕਰ ਰਹੇ ਹੁੰਦੇ ਨੇ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ, ਜਿਸ ਕਰਕੇ ਉਹਨਾਂ ਨੂੰ ਜਾਨ ਗਵਾਉਣੀ ਪੈਂਦੀ ਹੈ। ਅੱਗੇ ਤੁਹਾਨੂੰ ਦੱਸਾਂਗੇ ਜੋ ਕੈਲਗਰੀ ਵਿੱਚ ਇੱਕ ਵਿਅਕਤੀ ਦੇ ਚਾਕੂ ਮਾਰਨ ਦਾ ਮਾਮਲਾ ਸਾਹਮਣੇ ਆਇਆ, ਜੋ ਕਿ ਮੈਕਡੋਨਲਡਸ ਰੈਸਟੋਰੈਂਟ ਵਿੱਚ ਆਪਣੇ ਆਪ ਪਹੁੰਚ ਗਿਆ, ਜਿੱਥੇ ਕਿ ਸਟਾਫ ਨੇ ਐਮਰਜੈਂਸੀ ਟੀਮ ਨੂੰ ਮੌਕੇ ਦੇ ਉੱਤੇ ਬੁਲਾਇਆ। ਕੈਲਗਰੀ ਵਿੱਚ ਇੱਕ ਮੈਕਡੋਨਲਡਸ ਦੇ ਰੈਸਟੋਰੈਂਟ ਵਿੱਚ ਇੱਕ ਵਿਅਕਤੀ ਪਹੁੰਚਿਆ ਮੰਗਲਵਾਰ ਨੂੰ, ਜਿਸ ਨੇ ਕਿ ਰੈਸਟੋਰੈਂਟ ਦੇ ਸਟਾਫ ਨੂੰ ਦੱਸਿਆ ਕਿ ਉਸ ਨੂੰ ਕਿਸੇ ਨੇ ਚਾਕੂ ਮਾਰਿਆ ਹੈ। ਦਰਅਸਲ ਇਹ ਦੁਪਹਿਰ ਦੇ 3 ਵਜੇ ਦਾ ਮਾਮਲਾ ਹੈ, ਜੋ ਮੈਕਡੋਨਲਡਸ ਦਾ ਰੈਸਟੋਰੈਂਟ 4600 ਬਲਾਕ ਤੇ 17 ਐਵਨਿਊ ਸਾਊਥ ਈਸਟ ਦੇ ਉੱਤੇ ਮੌਜੂਦ ਹੈ, ਉੱਥੇ ਇਹ ਵਾਪਰਿਆ, ਜਿਸ ਦੇ ਬਾਰੇ ਮੈਕਡੋਨਲਡਸ ਦੇ ਸਟਾਫ ਨੇ ਦੇਖਿਆ ਕਿ ਉਹ ਜ਼ਖਮੀ ਹੈ, ਜਿਸ ਤੋਂ ਬਾਅਦ ਤੁਰੰਤ ਐਮਰਜੈਂਸੀ ਟੀਮ ਨੂੰ ਬੁਲਾਇਆ ਗਿਆ ਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਸੀ। ਪੁਲਿਸ ਦੇ ਮੁਤਾਬਕ ਜਿਨ੍ਹਾਂ ਨੇ ਚਾਕੂ ਮਾਰਿਆ ਉਹ ਮੌਕੇ ਤੋਂ ਫਰਾਰ ਹੋ ਗਏ ਸੀ ਜਦੋਂ ਤੱਕ ਪੁਲਿਸ ਮੌਕੇ ਦੇ ਉੱਤੇ ਪਹੁੰਚੀ। ਪੁਲਿਸ ਅਧਿਕਾਰੀਆਂ ਦੇ ਵੱਲੋਂ ਹਜੇ ਕੰਮ ਕੀਤਾ ਜਾ ਰਿਹਾ ਹੈ ਸ਼ੱਕੀਆਂ ਦੀ ਪਛਾਣ ਕਰਨ ਵਾਸਤੇ। ਜੇਕਰ ਇਸ ਦੇ ਬਾਰੇ ਕਿਸੇ ਹੋਰ ਨੂੰ ਕੋਈ ਜਾਣਕਾਰੀ ਹੋਵੇ ਤਾਂ ਸਿੱਧਾ ਕੈਲਗਰੀ ਪੁਲਿਸ ਦੇ ਨਾਲ ਸੰਪਰਕ ਕਰਕੇ ਦੱਸਿਆ ਵੀ ਜਾ ਸਕਦਾ ਹੈ। ਤਾਂ ਉਧਰ ਜਿਵੇਂ ਕਿ ਕੱਲ ਤੁਹਾਨੂੰ ਇੱਕ ਰਿਪੋਰਟ ਦਿਖਾਈ ਸੀ, ਜੋ ਕਿ ਪੁਲਿਸ ਨੇ ਇੱਕ ਵੀਡੀਓ ਜਾਰੀ ਕੀਤੀ ਜਿਸ ਦੇ ਵਿੱਚ ਕਈ ਕਾਰ ਲੁੱਟਣ ਦੇ ਮਾਮਲੇ ਸਾਹਮਣੇ ਆਏ। ਉਸ ਸੰਬੰਧੀ ਉਹ ਵੀਡੀਓਜ਼ ਸਨ ਕਿ ਕਿਹੜੇ ਤਰੀਕੇ ਅਪਣਾਏ ਜਾ ਰਹੇ ਨੇ। ਤਾਂ ਇਸੇ ਨੂੰ ਲੈ ਕੇ ਇੱਕ ਸਟਾਰ ਖਿਡਾਰੀ ਦੀ ਕਾਰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਟੋਰਾਂਟੋ ਦੇ ਵਿੱਚ, ਤੇ ਟੋਰਾਂਟੋ ਪੁਲਿਸ ਨੇ ਇਸ ਦੇ ਬਾਰੇ ਹੋਰ ਕੀ ਜਾਣਕਾਰੀ ਦਿੱਤੀ ਹੈ ਤੁਹਾਨੂੰ ਦੱਸਦੇ ਹਾਂ। ਮੇਪਲ ਲੀਫ ਸਟਾਰ ਮਿਚ ਮਾਰਨਰ ਦੀ ਕਾਰ ਨੂੰ ਲੁੱਟਿਆ ਗਿਆ ਹੈ, ਜਿਸ ਦੀ ਰੇਂਜ ਰੋਵਰ ਨੂੰ ਬੰਦੂਕ ਦੀ ਨੋਕ ਦੇ ਉੱਤੇ ਲੁੱਟਿਆ ਗਿਆ ਐਟੋਬਿਕੋਕ ਦੇ ਵਿੱਚ ਇੱਕ ਮੂਵੀ ਥੀਏਟਰ ਦੇ ਬਾਹਰ। ਟੋਰਾਂਟੋ ਪੁਲਿਸ ਨੇ ਕਿਹਾ ਕਿ ਪਹਿਲਾਂ ਹੀ ਟੋਰਾਂਟੋ ਖੇਤਰ ਵਿੱਚ ਸਾਲ 2022 ਦੇ ਵਿੱਚ ਕਾਰ ਲੁੱਟਣ ਦੇ ਮਾਮਲੇ ਕਾਫੀ ਗਿਣਤੀ ਵਿੱਚ ਸਾਹਮਣੇ ਆ ਚੁੱਕੇ ਨੇ। ਜਿੰਨੇ ਮਾਮਲੇ ਸਾਲ 2021 ਦੇ ਪੂਰੇ ਸਾਲ ਵਿੱਚ ਸਾਹਮਣੇ ਨਹੀਂ ਆਏ ਸਨ, ਉਸ ਤੋਂ ਜ਼ਿਆਦਾ ਸਾਲ 2022 ਵਿੱਚ ਹੁਣ ਤੱਕ ਟੋਰਾਂਟੋ ਵਿੱਚ ਕਾਰਾਂ ਲੁੱਟਣ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਸ ਦੇ ਵਿੱਚ ਲੁਟੇਰਿਆਂ ਵੱਲੋਂ ਮਹਿੰਗੀਆਂ ਕਾਰਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ। ਜਿਸ ਦੇ ਬਾਰੇ ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਸਾਲ 2022 ਵਿੱਚ ਹੁਣ ਤੱਕ 60 ਅਜਿਹੀਆਂ ਸ਼ਿਕਾਇਤਾਂ ਉਹਨਾਂ ਤੱਕ ਪਹੁੰਚ ਚੁੱਕੀਆਂ ਨੇ, ਜਦ ਕਿ ਸਾਲ 2021 ਦੇ ਪੂਰੇ ਸਾਲ ਵਿੱਚ 59 ਕਾਰਾਂ ਲੁੱਟਣ ਦੇ ਮਾਮਲੇ ਸਾਹਮਣੇ ਆਏ ਸਨ। ਜਿਵੇਂ ਕਿ ਹੁਣ ਸਟਾਰ ਖਿਡਾਰੀ ਮਿਚ ਮਾਰਨਰ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਤੋਂ ਬਾਅਦ ਇਹ ਮੁੱਦਾ ਹੁਣ ਕਾਫੀ ਜ਼ਿਆਦਾ ਉੱਠ ਰਿਹਾ ਹੈ ਕਿ ਮਹਿੰਗੀਆਂ ਕਾਰਾਂ ਜੋ ਲੈ ਕੇ ਜਾਂਦੇ ਨੇ ਉਹਨਾਂ ਨੂੰ ਲੁੱਟਣ ਦੇ ਜੋ ਇਹ ਮਾਮਲੇ ਸਾਹਮਣੇ ਆ ਰਹੇ ਨੇ। ਉਸ ਸੰਬੰਧੀ ਯਾਰਕ ਰੀਜਨਲ ਪੁਲਿਸ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ, ਜੋ ਕੱਲ ਅਸੀਂ ਤੁਹਾਨੂੰ ਦਿਖਾਈ ਸੀ, ਜਿਸ ਦੇ ਵਿੱਚ ਵੱਖੋ ਵੱਖਰੇ ਤਰੀਕੇ ਕਾਰਾਂ ਨੂੰ ਲੁੱਟਣ ਦੇ ਜੋ ਵਰਤੇ ਜਾ ਰਹੇ ਨੇ ਉਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇੱਥੇ ਜ਼ਿਕਰਯੋਗ ਹੈ ਕਿ ਮਾਰਨਰ ਦੀ ਰੇਂਜ ਰੋਵਰ ਨੂੰ ਕੁਈਨਜ਼ਵੇ ਦੇ ਨੇੜੇ 7:45 ਦੇ ਸਮੇਂ ਦੇ ਉੱਤੇ ਸ਼ਾਮ ਨੂੰ ਲੁੱਟਿਆ ਗਿਆ। ਇਸ ਮੌਕੇ 3 ਸ਼ੱਕੀ ਵਿਅਕਤੀ ਸਨ, 2 ਕੋਲ ਪਿਸਤੌਲ ਸਨ ਤੇ ਤੀਜੇ ਕੋਲ ਚਾਕੂ ਸੀ, ਜਿਨ੍ਹਾਂ ਨੇ ਸਿਨੇਪਲੈਕਸ ਸਿਨੇਮਾਸ ਕੁਈਨਜ਼ਵੇ ਦੇ ਬਾਹਰ ਵਾਹਨ ਨੂੰ ਨਿਸ਼ਾਨਾ ਬਣਾਇਆ ਤੇ ਲੁੱਟ ਕੇ ਵਾਹਨ ਨੂੰ ਉੱਥੇ ਤੋਂ ਫਰਾਰ ਹੋ ਗਏ। ਇਸ ਦੌਰਾਨ ਕੋਈ ਵੀ ਜ਼ਖਮੀ ਤਾਂ ਨਹੀਂ ਹੋਇਆ, ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਸ਼ੱਕੀਆਂ ਦੀ ਭਾਲ ਕਰ ਰਹੇ ਨੇ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਿਵੇਂ ਕਿ ਅੱਜ ਦੇ ਦਿਨ ਰਾਣੀ ਐਲਿਜ਼ਾਬੈਥ ਦਾ ਪੁੱਤਰ
ਪ੍ਰਿੰਸ ਚਾਰਲਸ ਕੈਨੇਡਾ ਦੇ ਵਿੱਚ ਪਹੁੰਚੇ ਆਪਣੀ ਪਤਨੀ ਸਮੇਤ ਤਾਂ ਉਹਨਾਂ ਦਾ ਸਵਾਗਤ ਕਰਨ ਦੇ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਹੁੰਚੇ। ਰਾਣੀ ਐਲਿਜ਼ਾਬੈਥ ਦੇ ਪੁੱਤਰ ਪ੍ਰਿੰਸ ਚਾਰਲਸ ਤੇ ਉਹਨਾਂ ਦੀ ਪਤਨੀ ਕੈਮੀਲਾ ਕੈਨੇਡਾ ਵਿੱਚ ਪਹੁੰਚੇ ਨੇ। ਰਾਜਧਾਨੀ ਓਟਵਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹਨਾਂ ਦਾ ਸਵਾਗਤ ਕੀਤਾ, ਜੋ ਕਿ ਕੈਨੇਡਾ ਵਿੱਚ 3 ਦਿਨ ਦੇ ਦੌਰੇ ਲਈ ਆਏ ਨੇ। ਦਰਅਸਲ ਰਾਣੀ ਐਲਿਜ਼ਾਬੈਥ ਨੂੰ 70 ਸਾਲ ਪੂਰੇ ਹੋ ਗਏ ਨੇ ਰਾਣੀ ਬਣਿਆ, ਜਿਸ ਦੇ ਵਾਸਤੇ ਹੁਣ ਜਸ਼ਨ ਮਨਾਏ ਜਾ ਰਹੇ ਨੇ ਤੇ ਇਸੇ ਮੰਤਵ ਦੇ ਨਾਲ ਪ੍ਰਿੰਸ ਚਾਰਲਸ ਜੋ ਕਿ ਪ੍ਰਿੰਸ ਆਫ ਵੇਲਸ ਨੇ, ਉਹ ਕੈਨੇਡਾ ਦੇ ਦੌਰੇ ਦੇ ਉੱਤੇ ਆਏ ਨੇ, ਜਿੱਥੇ ਕਿ ਉਹ ਕਈ ਸਮਾਗਮਾਂ ਦੇ ਵਿੱਚ ਹਿੱਸਾ ਵੀ ਲੈਣਗੇ, ਜੋ ਕਿ ਮੰਗਲਵਾਰ ਦੇ ਦਿਨ ਜਿਵੇਂ ਰਾਜਧਾਨੀ ਓਟਵਾ ਦੇ ਵਿੱਚ ਪਹੁੰਚੇ ਨੇ ਤੇ ਬੁੱਧਵਾਰ ਉਹ ਰਾਜਧਾਨੀ ਦੇ ਵਿੱਚ ਹੀ ਬਿਤਾਉਣਗੇ, ਜਿੱਥੇ ਕਿ ਉਹ ਕਈ ਸਮਾਗਮਾਂ ਵਿੱਚ ਹਿੱਸਾ ਲੈਣਗੇ, ਜਿਸ ਤੋਂ ਬਾਅਦ ਵੀਰਵਾਰ ਨੂੰ ਉਹ ਯੈਲੋ ਨਾਈਫ ਜਾਣਗੇ ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚ, ਜਿੱਥੇ ਕਿ ਰਿਡੋ ਹਾਲ ਵੀ ਉਹ ਪਹੁੰਚ ਰਹੇ ਨੇ ਓਟਵਾ ਦੇ ਵਿੱਚ ਤੇ ਇਸ ਦੇ ਨਾਲ ਹੀ ਹੋਰ ਵੀ ਕਈ ਸਮਾਗਮ ਹੋਣਗੇ ਜਿੱਥੇ ਕਿ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਯੂਕਰੇਨੀਅਨ ਭਾਈਚਾਰੇ ਦੇ ਕਈ ਮੈਂਬਰ ਵੀ ਉਹਨਾਂ ਨੂੰ ਮਿਲਣਗੇ, ਜਿਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਆਰਸੀਐਮਪੀ ਦੇ ਵੱਲੋਂ ਵੀ ਇਵੈਂਟ ਕਰਵਾਏ ਜਾ ਰਹੇ ਨੇ, ਜਿਸ ਦੇ ਵਿੱਚ ਉਹ ਹਿੱਸਾ ਲੈਣਗੇ, ਜਿੱਥੇ ਕਿ ਉਹਨਾਂ ਨੂੰ ਸਨਮਾਨ ਦਿੱਤਾ ਜਾਵੇਗਾ। ਸਿਰਫ ਇਹੀ ਨਹੀਂ, ਸਗੋਂ ਨੈਸ਼ਨਲ ਵਾਰ ਮੈਮੋਰੀਅਲ ਦੇ ਉੱਤੇ ਵੀ ਉਹ ਸ਼ਰਧਾਂਜਲੀ ਭੇਟ ਕਰਨ ਦੇ ਲਈ ਜਾਣਗੇ, ਜਿੱਥੇ ਕਿ ਗਵਰਨਰ ਜਨਰਲ ਮੈਰੀ ਸਾਈਮਨ ਦੇ ਨਾਲ ਉਹ ਪਹੁੰਚਣਗੇ। ਇੱਥੇ ਜ਼ਿਕਰਯੋਗ ਹੈ ਕਿ ਪ੍ਰਿੰਸ ਚਾਰਲਸ ਆਖਰੀ ਵਾਰ ਕੈਨੇਡਾ ਸਾਲ 2017 ਵਿੱਚ ਆਏ ਸਨ, ਜਦੋਂ ਕੈਨੇਡਾ ਨੇ ਆਪਣਾ 150ਵਾਂ ਜਨਮ ਦਿਨ ਮਨਾਇਆ ਸੀ। ਪ੍ਰਿੰਸ ਚਾਰਲਸ ਦਾ ਇਹ 19ਵਾਂ ਦੌਰਾ ਹੈ ਕੈਨੇਡਾ ਦਾ, ਜਦਕਿ ਉਹਨਾਂ ਦੀ ਪਤਨੀ ਕੈਮਿਲਾ ਦਾ 5ਵਾਂ ਦੌਰਾ ਹੈ। ਇਸ ਨਾਲ ਹੀ ਅਫਗਾਨ ਰਿਫਿਊਜੀਆਂ ਦਾ ਜਿਵੇਂ ਕਿ ਕੈਨੇਡਾ ਵਿੱਚ ਇੱਕ ਪਾਸੇ ਸਵਾਗਤ ਕੀਤਾ ਜਾ ਰਿਹਾ ਹੈ, ਤਾਂ ਦੂਜੇ ਪਾਸੇ ਜਿਨ੍ਹਾਂ ਨੇ ਕੈਨੇਡਾ ਦੇ ਵਾਸਤੇ ਕੰਮ ਕੀਤਾ, ਹਜੇ ਵੀ ਕਾਫੀ ਗਿਣਤੀ ਵਿੱਚ ਅਫਗਾਨ ਅਜਿਹੇ ਨੇ ਜਿਹੜੇ ਕਿ ਪਹੁੰਚ ਨਹੀਂ ਸਕੇ ਤੇ ਉਹਨਾਂ ਦੀ ਇਮੀਗ੍ਰੇਸ਼ਨ ਦੇ ਕੰਮ ਦੀ ਪ੍ਰਕਿਰਿਆ ਹਜੇ ਚੱਲ ਰਹੀ ਹੈ। ਤੇ ਇਸੇ ਸੰਬੰਧੀ ਪਾਰਲੀਮੈਂਟ ਦੇ ਵਿੱਚ ਜਸਰਾਜ ਸਿੰਘ ਹੱਲਣ ਦੇ ਵੱਲੋਂ ਜੋ ਸਵਾਲ ਪੁੱਛਿਆ ਗਿਆ ਤੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਜਵਾਬ ਦਿੱਤਾ, ਤੁਹਾਨੂੰ ਦੱਸਾਂਗੇ। ਅਫਗਾਨਿਸਤਾਨ ਤੋਂ ਰਿਫਿਊਜੀਆਂ ਦਾ ਕੈਨੇਡਾ ਵਿੱਚ ਸਵਾਗਤ ਕਰਨਾ ਜਾਰੀ ਹੈ, ਪਰ ਹਜੇ ਵੀ ਵੱਡੀ ਗਿਣਤੀ ਵਿੱਚ ਪਰਿਵਾਰ ਅਜਿਹੇ ਨੇ ਜਿਹੜੇ ਕਿ ਕੈਨੇਡਾ ਪਹੁੰਚ ਨਹੀਂ ਸਕੇ ਕਿ ਉਹਨਾਂ ਦੀ ਇਮੀਗ੍ਰੇਸ਼ਨ ਦੇ ਕੰਮ ਦੀ ਪ੍ਰਕਿਰਿਆ ਕਾਫੀ ਲੰਮੀ ਹੋ ਗਈ ਹੈ। ਇਸੇ ਨੂੰ ਲੈ ਕੇ ਐਮਪੀ ਜਸਰਾਜ ਸਿੰਘ ਹੱਲਣ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਸਵਾਲ ਚੁੱਕਿਆ ਗਿਆ, ਜਿਨ੍ਹਾਂ ਨੇ ਇੱਕ ਉਦਾਹਰਣ ਵੀ ਸਾਂਝੀ ਕੀਤੀ 10 ਸਾਲ ਦੀ ਬੱਚੀ ਦੀ ਜਾਨ ਚਲੇ ਜਾਣ ਦੇ ਬਾਰੇ, ਜਿਨ੍ਹਾਂ ਕਿਹਾ ਕਿ ਜੇਕਰ ਉਹ ਕੈਨੇਡਾ ਦੇ ਵਿੱਚ ਸਮੇਂ ਸਿਰ ਪਹੁੰਚ ਜਾਂਦੇ ਤਾਂ ਉਸ ਬੱਚੀ ਦੀ ਜਾਨ ਬਚ ਸਕਦੀ ਸੀ। ਇਸੇ ਨੂੰ ਲੈ ਕੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੂੰ ਸਵਾਲ ਕੀਤਾ ਗਿਆ ਕਿ ਇੱਕ ਵਾਰ ਟਰੈਵਲ ਕਰਨ ਵਾਸਤੇ ਸਿੱਧਾ ਉਹਨਾਂ ਨੂੰ ਡਾਕੂਮੈਂਟ ਕਿਉਂ ਨਹੀਂ ਦੇ ਦਿੱਤਾ ਜਾਂਦਾ, ਜਿਨ੍ਹਾਂ ਦੀ ਪ੍ਰਕਿਰਿਆ ਦੇ ਵਿੱਚ ਹਜੇ ਸਮਾਂ ਲੱਗ ਰਿਹਾ ਹੈ। ਤਾਂ ਉਧਰ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਦਾ ਕਹਿਣਾ ਹੈ ਕਿ ਇਸ ਦੌਰਾਨ ਜੋ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ, ਕਾਫੀ ਗਿਣਤੀ ਵਿੱਚ ਹੁਣ ਤੱਕ ਅਫਗਾਨ ਰਿਫਿਊਜੀਆਂ ਦਾ ਕੈਨੇਡਾ ਸਵਾਗਤ ਕਰ ਵੀ ਚੁੱਕਿਆ ਤੇ ਲਗਾਤਾਰ ਉਹ ਕੈਨੇਡਾ ਵਿੱਚ ਪਹੁੰਚ ਰਹੇ ਨੇ ਤੇ ਜੋ ਪ੍ਰਕਿਰਿਆ ਹੈ ਉਸ ਦੇ ਵਿੱਚੋਂ ਲੰਘ ਕੇ ਹੀ ਸਾਰੇ ਕੰਮ ਨੂੰ ਪੂਰਾ ਕੀਤਾ ਜਾ ਸਕਦਾ ਹੈ। ਤੇ ਇਸ ਦੇ ਬਾਰੇ ਉਹਨਾਂ ਨੇ ਹੋਰ ਜਿਹੜੀਆਂ ਗੱਲਾਂ ਕਹੀਆਂ ਤੁਹਾਨੂੰ ਵੀ ਸੁਣਾਉਂਦੇ ਹਾਂ। Nazifa was a 10-year-old girl whose father worked for the Canadian Armed Forces in Kandahar. She was murdered by the Taliban waiting to come to Canada. A veterans group volunteer helping Afghans blamed an inadequate evacuation effort by the Canadian government and delays in immigration processing for the girl's killing. There are thousands more in this situation. Will the minister show some humility and implement the Conservatives' ask for single journey travel documents to avoid the processing delays, or will he just resort to more partisan attacks? Minister of Immigration. Mr. Speaker, I appreciate the honourable member's question, and Nazifa's killing was a tragedy that I think on every day as we seek to develop policies that will expedite the arrival of more Afghan refugees. But with great respect, his suggestion that we issue a single journey travel document will not achieve what he says it will achieve. What he's seeking to do is to have the Canadian government issue a document that will grant permission for a person to enter a third country. Third countries remain in control of the entry requirements into those countries. We are having conversations with partners in the region as well as organizations on the ground to secure safe passage for as many Afghans as possible so they can achieve a second lease on life through one of the most substantial refugee commitments of any nation in the world. ਇਸ ਨਾਲ ਅਗਲੀ ਖਬਰ, ਜਿਵੇਂ ਕਿ ਪਲਾਸਟਿਕ ਜੋ ਕਿ ਇੱਕ ਵਾਰ ਵਰਤੋਂ ਵਿੱਚ ਆਉਂਦੀ ਹੈ ਉਸ ਨੂੰ ਬੈਨ ਕੀਤੇ ਜਾਣ ਦੇ ਬਾਰੇ ਜਿਸ ਤਰ੍ਹਾਂ ਰਣਨੀਤੀ ਦੇ ਉੱਤੇ ਕੰਮ ਕੀਤੇ ਜਾਣ ਲਈ ਟਰੂਡੋ ਸਰਕਾਰ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ, ਆਖਿਰ ਉਸ ਤਰ੍ਹਾਂ ਇਹ ਟੀਚਾ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ? ਤਾਂ ਇਸੇ ਸੰਬੰਧੀ ਗ੍ਰੀਨ ਪਾਰਟੀ ਦੇ ਵੱਲੋਂ ਲੋਕ ਸਭਾ ਮੈਂਬਰ ਐਲਿਜ਼ਾਬੈਥ ਮੇ ਨੇ ਸਵਾਲ ਪੁੱਛਿਆ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪਾਰਲੀਮੈਂਟ ਦੇ ਵਿੱਚ, ਤੇ ਇਸ ਦੇ ਬਾਰੇ ਪ੍ਰਧਾਨ ਮੰਤਰੀ ਨੇ ਕੀ ਜਵਾਬ ਦਿੱਤਾ ਹੈ ਤੁਹਾਨੂੰ ਸੁਣਾਉਂਦੇ ਹਾਂ। Mr. Speaker, my question to the Prime Minister is on the subject of single-use plastics. But first, I really want to thank the Prime Minister, the Deputy Prime Minister and Foreign Affairs Minister for their recent trip to Ukraine. Turning to single-use plastics, less thanks and
more demands that we do something about the mounting amount of plastics in our environment, the microplastics that permeate almost all the water on Earth, and the plastics that are found in the stomachs of animals that wash up dead. The Prime Minister promised to eliminate single-use plastics by 2030. We don't have a plan. The regulations that in draft form are completely inadequate. When will we see a plan to eliminate single-use plastics by 2030? The Right Honourable Prime Minister. Speaker, in 2017, when we hosted the G7 in Charlevoix, we moved forward with a historic oceans protection charter that moves forward on eliminating single-use plastics, on working with partners around the world to reduce the impact of plastics in the oceans and in our biosphere. We will continue to work with science, with experts, with corporations and with Canadians to make sure that we are eliminating toxic single-use plastics, continuing to protect our environment for future generations. And I thank the leader of the Green Party for all her devotion to this and many other important issues. ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।